पिछले महीनों तो लगातार बाजार में सीवरेज का पानी खड़ा होने करके दुकानदारों वालों ਵੱਖ-ਵੱਖ महकमे तक पहुंच की गई सी, परंतु इस समस्या का कोई हल ना होंदा देख अज उन्हां द्वारा अपनी दुकानां बंद करके सरकार और प्रशासन विरुद्ध रोस प्रदर्शन किया गया। इस वरतों ने गलबात करदिया कहा कि जो पिछले 40 साल तो सीवरेज पाइपां पाईयां होईयां हन उही पाइपां चल रहीआं हन। उन्हां मांग की कि सीवरेज दी पाइपां वड्डियां पाईयां जाण तां जो इस समस्या का हल हो सके। उन्हें यह भी मांग की कि गुरुद्वारा साहिब के गेट नंबर 2 के नज़दीक एक डंप बनाया हुआ जिस नाल बाजार में भी बदबू काफ़ी रहिंदी है ते गुरुद्वारा साहिब दीआं सरावां अंदर ही बैठिया नहीं जाता। उन्हें मांग की कि सीवरेज का पक्का हल किया जाए, नहीं तो उन्होंने वालों यह धरना लगातार जारी रहेगा। श्री मुक्तसर साहिब तो अनमोल सिंह वड़िंग की रिपोर्ट, लाइव भारत। दुकानां बंद करके प्रदर्शन कर रहे हो, सारा बाजार बंद किया होया, कारण की है? कारण तुसीं आप समझदे हो, दुकानदार कोई दुकान बंद नहीं करता। कोई दुख तकलीफ होंदी उदों ही दुकानदार दुकान बंद करता है। दुख तकलीफ अज दी नहीं, 15 सालों तो दुख तकलीफ झल्ली जाने आ। कारण की है, इत्थे इंटरलॉक टाइलां ला के नगर कौंसल ने आदा नाम खट लिया। मैं MC जरूर हाँ, साबका MC हाँ, भी मैं नाम खट्टन दे पिछे सड़क बनवाती, पर इत्थे जिहड़ी प्रॉब्लम मेन हैगी है पब्लिक हैल्थ दी प्रॉब्लम है। पता नहीं यही हत्थ जोड़ के SC एक्सीयन ਜਿਹੜਾ ਇਹਨਾਂ ਦਾ ਹੈੱਡ ਆ ਚੰਡੀਗੜ੍ਹ ਉਹਨਾਂ ਨੂੰ ਮਿੰਤਾ ਤਰਲੇ ਕੱਢ ਲੀਆਂ ਸੀ, ਪਰ ਨਾ ਜੀ ਕੋਈ ਸੁਣਵਾਈ ਨਹੀਂ ਗੀ। ਪਬਲਿਕ ਹੈਲਥ ਨੂੰ ਬੇਨਤੀ ਪਤਾ ਨਹੀਂ ਕਿੰਨੀ ਵਾਰੀ ਕਰ ਚੁੱਕੇ ਆ ਵੀ ਇੰਨੇ ਕੋ ਏਰੀਏ 'ਚ ਤੁਸੀਂ ਪਾਈਪਾਂ ਨਵੀਆਂ ਪਾ ਦਿਓ, ਮਸਲਾ ਹੱਲ ਹੋ ਜਾਊਗਾ। ਕਿੰਨੀ ਅਮਾਊਂਟ ਹੈ? ਹਾਰਡਲੀ ਮੇਰੇ ਹਿਸਾਬ ਨਾਲ 3-4 ਲੱਖ ਰੁਪਏ ਦੀ ਵੈਲਿਊ ਹੈ ਤੇ ਕਰੋੜਾਂ ਰੁਪਈਆ ਦੁਕਾਨਾਂ ਤੇ ਅੱਗੇ ਸੜਕਾਂ ਬਣਾਉਣ ਤੇ ਲਾਤੇ ਤੇ 3-4 ਲੱਖ ਰੁਪਈਆ ਸੜਕਾਂ ਦੇ ਉੱਤੇ ਨਹੀਂ ਲਾਇਆ ਗਿਆ। ਹਾਂਜੀ ਨਹੀਂ ਜੀ, ਏਰੀਆ ਸਾਰਾ ਮੁਕਤਸਰ ਡੁੱਬਿਆ ਪਿਆ ਜੀ, ਕਿਉਂਕਿ ਪੁਰਾਣੀਆਂ ਪਾਈਪਾਂ 40 ਸਾਲ ਪਹਿਲਾਂ ਦੀਆਂ ਪਈਆਂ ਹੋਈਆਂ। ਆਪਾਂ ਸਮਝਦੇ ਹਾਂ ਇਸ ਗੱਲ ਨੂੰ, 40 ਸਾਲ ਪਹਿਲਾਂ ਪਾਈਪਾਂ 6-6 ਇੰਚ ਪਾਈਆਂ ਹੋਈਆਂ, ਪਰ ਅੱਜ ਜਨਤਾ ਵੀ ਵੱਧ ਗਈ ਹੈ, ਹਰੇਕ ਦੇ ਘਰੇ ਟਾਇਲਟ ਵੀ ਵੱਧ ਗਏ ਹੈ। ਉਵੇਂ ਪਾਈਪ ਨੂੰ ਵੱਡਾ ਕੀਤਾ ਜਾਵੇ, ਪਰ ਨਾ ਜੀ ਕੋਈ ਸੁਣਵਾਈ ਨਹੀਂ। ਉਹੀ ਪਾਈਪ ਪੁਰਾਣੀ 40 ਸਾਲਾਂ ਵਾਲੀ ਚੱਲੀ ਜਾਂਦੀ ਹੈ। ਜਦੋਂ ਕਹਿ ਦਈਏ ਉਦੋਂ ਟਰੱਕ ਭੇਜਦੇ ਨੇ ਜੈਟਿੰਗ ਮਸ਼ੀਨ ਵਾਲਾ, ਪ੍ਰੈਸ਼ਰ ਮਾਰਦਾ, ਖੋਲ ਜਾਂਦਾ, 2 ਘੰਟਿਆਂ ਬਾਅਦ ਫਿਰ ਬਲੋਕ ਹੋ ਜਾਂਦਾ, ਫਿਰ ਪਾਣੀ ਕੱਢ ਜਾਂਦਾ। ਹੁਣ ਵਾਰੀ ਆਪਾਂ ਕੰਪਲੇਂਟ ਕਰਦੇ ਰਹੀਏ। ਤੁਸੀਂ ਡਿਪਾਰਟਮੈਂਟ ਕੋਲ ਜਾ ਕੇ ਪੁੱਛੋ, ਰਜਿਸਟਰ ਇਹਨਾਂ ਦਾ ਲੱਗਿਆ ਹੋਇਆ, ਉੱਥੇ ਰਜਿਸਟਰ ਦੇ ਉੱਤੇ ਕੰਪਲੇਂਟ ਵੇਖ ਲਓ। ਨਾਕਾ ਨੰਬਰ 2 ਬਿਜਲੀ ਵਾਲਾ ਖੂਹ, ਨੱਥੂ ਰਾਮ ਸਟਰੀਟ, ਮਿੱਠਲ ਵਾਲੀ ਗਲੀ, 365 ਦਿਨ ਹੁੰਦੇ ਆ। ਜੇ 200 ਦਿਨ ਦੀ ਕੰਪਲੇਂਟਾਂ ਨਾ ਹੋਣ ਆਪਾਂ ਰਾਜਨੀਤੀ ਛੱਡ ਦਾਂਗੇ, ਫਿਰ ਵੀ ਇਹਨਾਂ ਨੂੰ ਕੋਈ ਅਸਰ ਨਹੀਂਗਾ। ਇਹ 365 ਦਿਨ 200 ਦਿਨ ਦੀ ਕੰਪਲੇਂਟ ਇੱਥੋਂ ਦੀ ਹੈ, ਨਾਕਾ ਨੰਬਰ 2 ਦੀਆਂ, ਬਿਜਲੀ ਵਾਲਾ ਖੂਹ ਦੀਆਂ, ਪਰ ਕੋਈ ਸੁਣਵਾਈ ਨਹੀਂ। ਇਤਿਹਾਸਕ ਮੇਰੀ ਬੇਨਤੀ ਸੁਣੋ, ਇਹ ਆਪਣਾ ਸ੍ਰੀ ਪਹਿਲਾਂ ਕੱਲਾ ਮੁਕਤਸਰ ਸੀ, ਫਿਰ ਸ੍ਰੀ ਮੁਕਤਸਰ ਸਾਹਿਬ ਕੀਤਾ ਗਿਆ ਜੀ। ਕਿਉਂ ਕੀਤਾ ਗਿਆ? ਕਿਉਂਕਿ ਪਵਿੱਤਰ ਹੈ, 40 ਮੁਕਤਿਆਂ ਦੀ ਪਵਿੱਤਰ ਧਰਤੀ ਗਿਣਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਚਰਨ ਛੂਹ ਧਰਤੀ ਹੈ, ਪਰ ਇਹਨਾਂ ਨੇ ਉਹ ਚਰਨ ਛੂਹ ਧਰਤੀ ਨੂੰ ਅੱਜ ਇੰਨਾ ਮਾੜਾ ਕਰਤਾ, ਕਹਿਣ ਲੱਗਾ ਸ਼ਰਮ ਆਉਂਦੀ ਹੈ। ਨਾਕਾ ਨੰਬਰ 2 ਤੇ ਫੌਰਨ ਤੋਂ ਬੰਦੇ ਮੱਥਾ ਟੇਕਣ ਆਉਂਦੇ ਜ਼ਰੂਰ ਹੈ। ਅਗਲੇ ਆਏ ਚਲ ਮੱਥਾ ਟੇਕਣਾ, ਉਹਨਾਂ ਨੂੰ ਇਹ ਪੋਜੀਸ਼ਨ ਦਾ ਨਹੀਂ ਪਤਾ ਹੁੰਦਾ। ਜਦੋਂ ਆਉਂਦੇ ਆ ਨਾ ਲੇਡੀਜ਼ ਜਿਹੜੀਆਂ ਸਲਵਾਰਾਂ ਚੱਕ ਕੇ, ਪਜਾਮੇ ਚੱਕ ਕੇ ਅੰਦਰ ਮੱਥਾ ਟੇਕ ਕੇ ਵਾਪਸ ਆ ਕੇ ਸਹੁੰ ਖਾਂਦੀਆਂ, ਅਸੀਂ ਦੁਬਾਰਾ ਨਹੀਂ ਇੱਥੇ ਆਉਣਾ। ਕਿਉਂ ਨਹੀਂ ਆਉਣਾ? ਕਿਉਂਕਿ ਪਾਣੀ ਗੰਦਾ ਪਾਣੀ। ਅਗਲੇ ਨੇ ਕਦੇ ਚੀਜ਼ਾਂ ਵੇਖੀਆਂ ਨਹੀਂ ਜਿਹੜੀ ਇੱਥੇ ਆ ਕੇ ਉਹਨਾਂ ਨੂੰ ਨਸੀਬ ਹੋ ਰਹੀਆਂ। ਦੁਕਾਨਦਾਰ ਵਿਚਾਰੇ ਵੇਖੋ, ਦੁਕਾਨਾਂ ਸਾਰੀਆਂ ਬੰਦ ਕਰਕੇ ਬੈਠੇ। ਕਿਹੜਾ ਦੁਕਾਨਦਾਰ ਆਦਾ ਨੁਕਸਾਨ ਚਾਹੁੰਦਾ? ਜਿਹੜਾ ਬੰਦਾ ਦੁਕਾਨਦਾਰ ਕਿਰਾਏ ਤੇ ਬੈਠਾ ਹੈ, ਅੱਜ ਕਿਰਾਇਆ ਕਿੱਥੋਂ ਕੱਢੂਗਾ? ਆਦਾ ਘਰ ਕਿੱਥੋਂ ਚਲਾਊਗਾ? ਦੁਖੀ ਦਾ ਅਗਲਾ ਪਹਿਲਾਂ ਰੋਜ਼ ਅਖਬਾਰਾਂ 'ਚ ਆਪਾਂ ਕੀ ਵੇਖਦੇ ਆ, ਪਰ ਇਹਨਾਂ ਦਾ ਕੋਈ ਗੌਰ ਨਹੀਂ। ਇਹ ਇਕੱਲੀਆਂ ਗੱਲਾਂ ਸੁਣਨ ਵਾਲੇ ਆ, ਹੋਰ ਕੋਈ ਹੱਲ ਕਰਨ ਵਾਲੇ ਨਹੀਂ ਹੈਗੇ। ਮੈਂ MC ਸਾਬਕਾ MC ਜ਼ਰੂਰ ਆ, ਹੱਥ ਜੋੜ ਕੇ ਬੇਨਤੀ ਪਹਿਲਾਂ ਕਿਹੜੇ ਡਿਪਾਰਟਮੈਂਟ ਨੂੰ ਨਹੀਂ ਕੀਤੀ, ਸਾਬਤ ਕਰ ਦਿਓ। ਮੈਂ SC ਚੇਅਰਮੈਨ SDO ਬੇਨਤੀ, ਤੂੰ ਮੇਰਾ ਮੋਬਾਈਲ ਚੈੱਕ ਕਰ ਲਓ, SDO ਐਕਸੀਅਨ JE, ਇੱਕ ਦਿਨ 'ਚ ਵੀ ਕੋਈ ਰਿਪੋਰਟ ਨਾ ਆਵੇ ਆਪਾਂ ਰਾਜਨੀਤੀ ਛੱਡ ਦਾਂਗੇ। ਰੋਜ਼ ਦੀਆਂ 10-10 ਰਿਪੋਰਟਾਂ ਹੈ, 10-10 ਫੋਟੋਆਂ ਭੇਜਦਾ ਇਹਨਾਂ ਨੂੰ ਮੈਂ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੇਨ ਬਾਜ਼ਾਰ ਦੇ ਵਿੱਚ ਧਰਨਾ ਲੱਗਿਆ ਸੀਵਰੇਜ ਨੂੰ ਲੈ ਕੇ ਤੇ ਜਿਹੜਾ ਕੂੜੇ ਦੇ ਡੰਪ ਨੂੰ? ਪਹਿਲਾਂ ਤਾਂ ਸਾਰੀ ਪ੍ਰੈਸ ਨੂੰ ਸਤਿ ਸ਼੍ਰੀ ਅਕਾਲ। ਅੱਜ ਮੇਨ ਬਾਜ਼ਾਰ ਦੇ ਵਿੱਚ ਸਮੂਹ ਦੁਕਾਨਦਾਰਾਂ ਨੇ ਜਿਹੜਾ ਧਰਨਾ ਲਗਾਇਆ ਹੈ, ਇਹ ਧਰਨਾ ਲਗਾਉਣ ਦੀ ਨੌਬਤ ਕਿਉਂ ਆਈ ਹੈ? ਇਹ ਪਿਛਲੇ ਅਪ੍ਰੈਲ ਮਹੀਨੇ ਤੋਂ ਦੁਕਾਨਦਾਰ ਸਾਰੇ ਰੋ ਰਹੇ ਹੈ, ਪ੍ਰਸ਼ਾਸਨ ਕੋਲ ਇਹ ਅਪੀਲ ਕਰ ਰਹੇ ਹੈ ਵੀ ਇਹਨਾਂ ਸੀਵਰੇਜ ਦੀ ਸਫਾਈ ਕੀਤੀ ਜਾਵੇ, ਇਹਨਾਂ ਸੀਵਰੇਜ ਦਾ ਮਸਲਾ ਹੱਲ ਕੀਤਾ ਜਾਵੇ ਜਿਹੜਾ ਕਿ ਲੰਬੇ ਸਮੇਂ ਤੋਂ ਖਰਾਬ ਕਰਦਾ ਪਿਆ। ਲੇਕਿਨ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਦੇ ਗਈ, ਔਰ ਅੱਜ ਮਜਬੂਰ ਹੋ ਕੇ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਰਾਜੀ ਨਹੀਂ। ਅੱਜ ਮਜਬੂਰ ਹੋ ਕੇ ਉਹਨਾਂ ਦੁਕਾਨਾਂ ਬੰਦ ਕਰਕੇ ਅੱਜ ਉਹ ਸੜਕ 'ਤੇ ਬੈਠੇ ਹੈ। ਸਾਰੇ ਚੰਗੇ ਘਰਾਂ ਤੋਂ ਹੈ, ਲੇਕਿਨ ਇਸ ਬਾਰਿਸ਼ ਨੇ ਜਿੱਡਾ ਵੱਡਾ ਨੁਕਸਾਨ ਦੁਕਾਨਦਾਰ ਭਰਾਵਾਂ ਦਾ ਕੀਤਾ। ਔਰ ਕੋਈ ਵੀ ਚਾਹੇ ਪੋਲੀਟੀਕਲ ਲੀਡਰ ਹੈ, ਚਾਹੇ ਪ੍ਰਸ਼ਾਸਨ ਦੇ ਅਧਿਕਾਰੀ ਹੈ, ਸਾਰੇ ਪਿੰਡਾਂ ਵਾਲੇ ਨੂੰ ਟੁਰਿਆ ਜਾ ਰਿਹਾ। ਕੁਝ ਸ਼ਹਿਰ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ। ਨਾਲ ਅਸੀਂ ਇਹ ਨਹੀਂ ਕਹਿੰਦੇ ਜੇ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉੱਥੇ ਹੀ ਜਿਹੜੇ ਕੋਈ ਦੁਕਾਨਦਾਰ, ਜਿਸ ਦੁਕਾਨਦਾਰ ਇੱਕ ਛੋਟੀ ਜਿਹੀ ਦੁਕਾਨ ਤੇ ਜਿੰਦਾ ਲੱਖ ਰੁਪਏ ਦਾ ਜਾਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ,
ਤਾਂ ਉਹਦਾ ਵੀ ਕਮ ਸੇ ਕਮ ਪ੍ਰਸ਼ਾਸਨ ਨੂੰ ਖਿਆਲ ਕਰਨਾ ਚਾਹੀਦਾ, ਸਰਕਾਰਾਂ ਨੂੰ ਖਿਆਲ ਕਰਨਾ ਚਾਹੀਦਾ, ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਦੂਸਰੀ ਗੱਲ ਇਹ ਹੈ ਵੀ ਜਿਹੜਾ ਇਹ ਸੀਵਰੇਜ ਦਾ ਸਿਸਟਮ ਹੈ ਅੱਜ ਦਾ ਨਹੀਂ ਖਰਾਬ, ਕਾਫੀ ਲੰਬੇ ਸਮੇਂ ਤੋਂ ਖਰਾਬ ਹੈ, ਲੇਕਿਨ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰਨ ਦੇ ਬਾਵਜੂਦ ਹੀ ਦੁਕਾਨਦਾਰ ਹਰ ਸਾਲ ਹੀ ਕਿਤੇ ਨਾ ਕਿਤੇ ਸੰਘਰਸ਼ ਵੀ ਕਰਦੇ ਆ। ਇਹ ਟੈਂਪਰੇਰੀ ਹੱਲ ਕੱਢ ਕੇ ਫਿਰ ਪ੍ਰਸ਼ਾਸਨ ਨੀਂਦ ਸੋ ਜਾਂਦਾ ਹੈ। ਅੱਜ ਇੱਥੇ ਆਉਣ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ, SDM ਮੈਡਮ ਨਾਲ, ਮੈਂ ਪਿੰਡਾਂ ਦੇ ਫੀਲਡ 'ਚ ਹਾਂ ਜੀ, ADC ਮੈਡਮ ਪਿੰਡਾਂ ਦੇ ਫੀਲਡ 'ਚ ਹੈ, DC ਸਾਹਿਬ ਫੀਲਡ 'ਚ ਹੈ ਜੀ। ਲੇਕਿਨ ਫੀਲਡ 'ਚ ਹੈ ਤਾਂ ਉਹ ਸ਼ਹਿਰ ਵੀ ਉਸੇ ਫੀਲਡ ਦੇ ਵਿੱਚ ਹੀ ਆਉਂਦਾ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਵੀ ਆ ਦੁਕਾਨਦਾਰ ਭਰਾ ਬੈਠੇ ਹੈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਆਇਆ ਹੋਵੇ, DC ਸਾਹਿਬ ਜਾਂ ADC ਸਾਹਿਬ ਜਾਂ SDM ਸਾਹਿਬ, ਕੋਈ ਨਹੀਂ ਆਇਆ। ਲੰਬੇ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ, ਹੱਲ ਨਹੀਂ ਹੋ ਰਿਹਾ, ਕੀ ਕਾਰਨ ਮੰਨਦੇ ਹੋ? ਕਾਰਨ ਹੈ ਜੀ ਸੀਵਰੇਜ ਸਿਸਟਮ ਫੇਲ ਹੈ ਮੁਕਤਸਰ ਦਾ, ਪ੍ਰਸ਼ਾਸਨ ਦਾ ਧਿਆਨ ਹੈ ਨਹੀਂ ਮੁਕਤਸਰ ਵਾਲੇ ਪਾਸੇ ਜੀ। ਔਰ ਤੁਸੀਂ ਇਹ ਦੇਖ ਲਓ ਵੀ ਸ਼ਹਿਰ ਦੇ ਵਿੱਚ ਡੰਪ ਰੱਖਿਆ ਹੋਇਆ ਦਰਬਾਰ ਸਾਹਿਬ ਦੇ ਨਾਲ, ਸ਼ਹਿਰ ਦੇ ਦੁਕਾਨਾਂ ਦੇ ਵਿੱਚ ਇੱਕ ਇਹੋ ਜਿਹੇ, ਦੇਖੋ ਅਸੀਂ ਇਹ ਗੱਲ ਕਹਿੰਦੇ ਆ ਜੋ ਹੱਲ ਇਹ ਦੁਕਾਨਦਾਰ ਦੱਸ ਸਕਦੇ ਆ, ਜੋ ਹੱਲ ਇਹ ਦੁਕਾਨਦਾਰ ਦੱਸ ਸਕਦੇ ਆ, ਉਹ ਪ੍ਰਸ਼ਾਸਨ ਦੀ ਸਮਝ ਨਹੀਂ ਆ ਰਿਹਾ। ਨਾ ਤਾਂ ਮਿਊਨਿਸਪਲ ਕਮੇਟੀ ਦਾ ਕੋਈ ਧਿਆਨ ਹੈ ਜੀ, ਨਾ EO ਸਾਹਿਬ ਦਾ ਧਿਆਨ ਹੈ ਕੋਈ, ਨਾ SDM ਮੈਡਮ ਦਾ ਧਿਆਨ ਹੈ, ਨਾ DC ਸਾਹਿਬ ਦਾ, ਨਾ ADC ਦਾ। ਮਤਲਬ ਪ੍ਰਸ਼ਾਸਨ ਸਾਰਾ ਇਸ ਮਾਮਲੇ 'ਚ ਫੇਲ ਹੋ ਚੁੱਕਿਆ ਔਰ ਸਰਕਾਰ ਨਾਮ ਦੀ ਸਰਕਾਰ ਚੱਲੀ ਜਾਂਦੀ ਹੈ। ਪ੍ਰਸ਼ਾਸਨ ਦੇ ਵਿੱਚ ਜਿਹੜੀ ਕੰਮ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ, ਇੱਕ ਬਾਰਿਸ਼ ਹੋਈ ਹੈ ਜੀ, ਪਹਿਲੀ ਬਾਰਿਸ਼ ਹੈ, ਪਹਿਲੀ ਬਾਰਿਸ਼ ਪ੍ਰੀ ਮੌਨਸੂਨ ਦੀ ਬਾਰਿਸ਼ ਦੇ ਵਿੱਚ ਸ਼ਹਿਰ ਦਾ ਇਹ ਹਾਲ ਹੋ ਗਿਆ ਤੇ ਅਗਾਂਹ ਆਉਣ ਵਾਲੇ ਮਹੀਨੇ 'ਚ ਪੂਰੀਆਂ ਬਾਰਿਸ਼ਾਂ ਹੈ। ਉਹ ਬਾਰਿਸ਼ਾਂ ਦੇ ਵਿੱਚ ਸ਼ਹਿਰ ਕਿਵੇਂ ਸੰਭਲੂਗਾ? ਇਹ ਦੁਕਾਨਦਾਰਾਂ ਦਾ ਕੀ ਬਣੂਗਾ? ਇਸ ਚੀਜ਼ ਦਾ ਪ੍ਰਸ਼ਾਸਨ ਦੇ ਕੋਈ ਧਿਆਨ ਨਹੀਂ। ਮੈਂ ਸਰਕਾਰ ਤੋਂ ਮੰਗ ਕਰਦਾ, ਪ੍ਰਸ਼ਾਸਨ ਤੋਂ ਮੰਗ ਕਰਦਾ, ਜੇ ਇਹਦਾ ਹੱਲ ਨਾ ਕੱਢਿਆ ਗਿਆ ਅਸੀਂ ਇਹਨਾਂ ਦੁਕਾਨਦਾਰ ਭਰਾਵਾਂ ਦੇ ਨਾਲ ਬੈਠਾਂਗੇ, ਬਿਲਕੁਲ ਧਰਨੇ 'ਚ ਬੈਠਾਂਗੇ, ਬਿਨਾਂ ਕਿਸੇ ਰਾਜਨੀਤਿਕ ਸੋਚ ਤੋਂ। ਸ਼ਹਿਰ ਦੇ ਮਸਲੇ ਨੂੰ ਬਿਨਾਂ ਕਿਸੇ ਰਾਜਨੀਤਿਕ ਸੋਚ ਤੋਂ, ਇੱਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਅਸੀਂ ਸਮੂਹ ਦੁਕਾਨਦਾਰ ਭਰਾਵਾਂ ਨਾਲ, ਸਾਡੇ ਨਾਲ ਮੇਰੇ ਬਰਜੇਸ਼ ਗੁਪਤਾ ਜੀ ਮੰਡਲ ਪ੍ਰਧਾਨ ਹੈ, ਤਨੇਜਾ ਜੀ ਆਏ, ਇੰਦਰਜੀਤ ਜੀ ਵਪਾਰ ਮੰਡਲ ਦੇ ਪ੍ਰਧਾਨ ਹੈ, ਸਾਰੇ ਵਪਾਰ ਮੰਡਲ ਦੇ ਨੁਮਾਇੰਦੇ ਇੱਥੇ ਬੈਠੇ ਆ ਔਰ ਇਹਨਾਂ ਨਾਲ ਅਸੀਂ ਸਹਿਯੋਗ ਕਰਾਂਗੇ। ਜਿਵੇਂ ਕਹਿਣਗੇ ਵਪਾਰ ਮੰਡਲ ਦੇ ਪ੍ਰਧਾਨ ਦੇ ਅਧੀਨ, ਜਿਵੇਂ ਇਹ ਕਹਿਣਗੇ ਉਵੇਂ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ। ਇਸ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਜਿੱਥੋਂ ਤੱਕ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ। ਬਹੁਤ ਬਹੁਤ ਧੰਨਵਾਦ ਜੀ। ਕੀ ਨਾਮ ਆ ਤੁਹਾਡਾ? ਪਿੰਦਰਪਾਲ ਸਿੰਘ, ਬਲਵੀਰ ਸਿੰਘ, ਕੱਪੜੇ ਵਾਲਿਆਂ ਦੀ ਮੇਨ ਬਾਜ਼ਾਰ ਦੇ ਵਿੱਚ ਸਾਡੀ ਦੁਕਾਨ। ਕੀ ਅੱਜ ਤੁਸੀਂ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹੋ? ਵੀਰ ਜੀ ਅਸੀਂ ਨਾ 15 ਸਾਲਾਂ ਤੋਂ ਸੰਤਾਪ ਭੋਗ ਰਹੇ ਹਾਂ। ਜਿਹੜਾ ਸੀਵਰੇਜ ਸਿਸਟਮ ਦਾ ਗੰਦਾ ਸਿਸਟਮ ਜਿਹੜਾ ਇੰਨਾ ਬੁਰਾ ਹਾਲ ਹੈ, ਇੱਥੇ ਲੰਘਣਾ ਬਹੁਤ ਔਖਾ ਹੈ। ਤੁਸੀਂ ਵੇਖ ਹੀ ਰਹੇ ਹੋ, ਕੈਮਰੇ ਦਿਖਾ ਵੀ ਸਕਦੇ ਹੋ ਤੁਸੀਂ, ਸਾਡੀ ਵੀ ਪਾਣੀ ਦਾ ਸੀਵਰੇਜ ਗੰਦਾ ਪਾਣੀ ਜਿਹੜਾ ਉਹ ਆ ਰਿਹਾ ਹੈ। ਸਾਡਾ ਦੁਕਾਨਦਾਰਾਂ ਦਾ ਇੱਥੇ ਬਹਿਣਾ ਬਹੁਤ ਮੁਸ਼ਕਿਲ ਹੈ। ਜਿਹੜੀ ਬਾਹਰੋਂ ਸਾਡੇ ਕਸਟਮਰ ਆਉਂਦੇ ਆ ਉਹ ਬਹੁਤ ਔਖੇ ਹੁੰਦੇ ਆ, ਸਾਨੂੰ ਹਰ ਵੇਲੇ ਇਹੀ ਕਹਿੰਦੇ ਆ ਵੀ ਆਹ ਕੀ ਹਾਲ ਆ ਸ਼ਹਿਰ ਦਾ। ਸ਼ਹਿਰ ਦੇ ਅਸੀਂ ਵੇਖੋ ਵਪਾਰੀ ਬੰਦੇ ਆ, ਅਸੀਂ ਬੰਦ ਨਹੀਂ ਕਰਨਾ ਚਾਹੁੰਦੇਗੇ, ਪਰ ਅੱਜ ਸਾਨੂੰ ਮਜਬੂਰੀ ਤੌਰ ਤੇ ਬੰਦ ਕਰਨਾ ਪਿਆ। ਅਸੀਂ GST ਅਸੀਂ ਭਰੀਏ, ਇਨਕਮ ਟੈਕਸ ਅਸੀਂ ਭਰੀਏ, ਤੇ ਸਰਕਾਰਾਂ ਸਾਨੂੰ ਕੀ ਦਿੰਦੀਆਂ ਉਹਦੇ ਬਦਲੇ? ਆਹ ਸਾਨੂੰ ਦੇਣਗੀਆਂ, ਆ ਜਿਹੜਾ ਸੀਵਰੇਜ ਸਿਸਟਮ ਗੰਦਾ ਇਹ ਸਾਨੂੰ ਦੇਣਗੀਆਂ। ਉਹਦੀ ਜਗ੍ਹਾ ਸਿਰ ਦੇਖੋ, ਸਾਨੂੰ ਇਹਨਾਂ ਨੂੰ ਇੰਨੀ ਵਾਰੀ ਕਹਿਣ ਦੇ ਬਾਵਜੂਦ ਇਹਨਾਂ ਨੇ ਪਤਾ ਨਹੀਂ ਕਿਹੜਿਆਂ ਨੇ ਇਹਨਾਂ ਨੂੰ ਰਾਏ ਦੇਤੀ। ਆ ਨਾਲ ਦਰਬਾਰ ਸਾਹਿਬ ਦੇ ਨੇੜੇ ਇੱਕ ਡੰਪ ਬਣਾਤਾ ਜਿੱਥੇ ਕਿ ਮੁਸ਼ਕ ਦਾ ਬੁਰਾ ਹਾਲ ਹੈ। ਤੁਸੀਂ 10 ਮਿੰਟ ਵੀ ਖੜ ਕੇ ਵਿਖਾ ਦਿਓ ਨਾ ਜੀ, ਮੈਂ 10 ਮਿੰਟ ਤਾਂ ਬਹੁਤ ਜ਼ਿਆਦਾ ਕਹਿ ਰਿਹਾ, ਤੁਸੀਂ 2 ਮਿੰਟ ਹੀ ਖੜ ਕੇ ਦਿਖਾ ਦਿਓ ਨਾ ਜੀ, ਮੈਂ ਮੰਨ ਜੂਗਾ ਤੁਹਾਨੂੰ। ਇੰਨਾ ਬੁਰਾ ਹਾਲ ਹੈ। ਅੱਜ ਦੇਖੋ ਵਪਾਰੀ ਬੰਦਾ ਔਖਾ ਹੋ ਕੇ ਹੀ ਦੁਕਾਨਾਂ ਬੰਦ ਕਰਦਾ, ਕੋਈ ਸ਼ੌਂਕ ਨਹੀਂ ਹੈ ਸਾਨੂੰ ਬੰਦ ਕਰਨ ਦਾ, ਸਾਨੂੰ ਕੋਈ ਪ੍ਰਸ਼ਾਸਨ ਨਾਲ ਦੁਸ਼ਮਣੀ ਨਹੀਂ ਹੈ, ਪਰ ਪ੍ਰਸ਼ਾਸਨ ਸਾਡੇ ਨਾਲ ਸਹਿਯੋਗ ਨਹੀਂ ਕਰਦਾ। ਅਸੀਂ ਉਹਨਾਂ ਨੂੰ ਬਹੁਤ ਵਾਰੀ ਮਿਲੇ ਅਧਿਕਾਰੀਆਂ ਨੂੰ, ਬੜੀ ਵਾਰੀ ਉਹਨਾਂ ਨੂੰ ਆਪਦੀ ਬੇਨਤੀ ਕੀਤੀ ਹੈ, ਬਾਈ ਜੀ ਆ ਤੁਹਾਡਾ ਥੋੜਾ ਜਿਹਾ ਮਸਲਾ, ਕੋਈ ਲੰਬਾ ਨਹੀਂ ਮਸਲਾ ਹੈਗਾ, ਕੋਈ 2-3 ਲੱਖ ਦਾ ਮਸਲਾ ਹੈ, ਕੋਈ ਇਹ ਵੀ ਕੋਈ ਜ਼ਿਆਦਾ ਲੰਬਾ ਹੋਵੇ ਨਾ ਫਿਰ ਤਾਂ ਅਸੀਂ ਕਹੀਏ। ਅਸੀਂ ਇਹ ਉਹਨਾਂ ਨੂੰ ਕਿਹਾ ਪਰ ਉਹ ਸਾਡੀ ਕੋਈ ਸੁਣਾਈ ਨਹੀਂ ਕਰਦੇ। ਅੱਜ ਸਾਨੂੰ ਤਾਂ ਕਰਕੇ ਹਾਰ ਕੇ, ਔਰ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਇਹ ਕੋਈ ਧਰਨਾ ਛੋਟਾ ਮੋਟਾ ਨਹੀਂ ਚੱਲਣਾ। ਇਹ ਅਸੀਂ ਧਰਨਾ ਜਿਹੜਾ ਅਸੀਂ ਹੋ ਸਕਦਾ ਅਸੀਂ ਸਾਰਾ ਦਿਨ ਤੇ ਕੱਲ ਤੱਕ ਵੀ ਚੱਲੇ, ਹਫਤਾ ਵੀ ਚੱਲੇ, ਅਸੀਂ ਉਨੀ ਦੇ ਤੇ ਕੁੱਟਣਾ ਨਹੀਂ। ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਅਸੀਂ ਵਪਾਰ ਮੰਡਲ ਦੇ ਨੁਮਾਇੰਦੇ ਵੀ ਹਾਂ, ਅਸੀਂ ਵਪਾਰ ਮੰਡਲ ਨੂੰ ਨਾਲ ਲੈ ਕੇ ਅਸੀਂ ਸਾਰਾ ਸ਼ਹਿਰ ਬੰਦ ਕਰਾਵਾਂਗੇ ਮੁਕਤਸਰ। ਇਹ ਪ੍ਰਸ਼ਾਸਨ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਤੁਹਾਡੇ ਰਾਹੀਂ। ਪੰਜਾਬ ਸਰਕਾਰ। ਮੇਰਾ ਨਾਮ ਜਗਦੀਸ਼ ਸਿੰਘ ਹੈ, ਮੈਂ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੁਲਾਜ਼ਮ ਹਾਂ, ਸਰਾਂ ਇੰਚਾਰਜ ਹਾਂ, ਜੋ ਕਿ ਆਪਣੇ ਦਰਬਾਰ ਸਾਹਿਬ ਦਾ ਕਲਗੀਧਰ ਨਿਵਾਸ ਆ, ਜਿਸ ਦੀ ਬੈਕ ਸਾਈਡ ਤੇ ਇੱਕ ਡੈਂਪ ਬਣਾਇਆ ਗਿਆ ਸਰਕਾਰ ਵੱਲੋਂ। ਉਹਦੀ ਇੰਨੀ ਜ਼ਿਆਦਾ ਗੰਦੀ, ਇੰਨੀ ਜ਼ਿਆਦਾ ਸਮੱਸਿਆ ਹੋਈ ਪਈ ਹੈ ਗੰਦਗੀ ਦੀ ਕਿ ਉਹ ਡੈਂਪ ਹੈ ਜੋ ਕਾਫੀ ਚਿਰ ਤੋਂ ਚੁਕਾਇਆ ਨਹੀਂ ਜਾ ਰਿਹਾ। ਅਸੀਂ ਬੜੇ ਵਾਰੀ ਪ੍ਰਸ਼ਾਸਨ ਨੂੰ ਵੀ ਲਿਖ ਕੇ ਦਿੱਤਾ, ਕਾਂਗਰਸ ਸਰਕਾਰ ਵੇਲੇ ਵੀ ਲਿਖ ਕੇ ਦਿੱਤਾ, ਹੁਣ ਵੀ ਕਲਤਾਰ ਸਿੰਘ ਸੰਧਵਾਂ ਨੂੰ ਲਿਖ ਕੇ ਦਿੱਤਾ ਸੀ ਸਪੀਕਰ ਸਾਹਿਬ ਨੂੰ, ਪਰ ਉਹਨਾਂ 'ਤੇ ਸੁਣਵਾਈ ਨਹੀਂ ਹੋਈ। ਸਾਡੇ ਕੋਲ ਜਿਹੜੇ ਉਹ ਕਾਗਜ਼ ਨੇ, ਲੈਟਰ ਨੇ, ਉਹ ਸਾਡੇ ਕੋਲ ਮੌਜੂਦ ਨੇ, ਅਸੀਂ ਤੁਹਾਨੂੰ ਉਹ ਵੀ ਵਿਖਾ ਦਿਆਂਗੇ, ਉਹਨਾਂ ਦੀਆਂ ਕਾਪੀਆਂ ਵੀ ਦੇ ਦਿਆਂਗੇ। ਪਰ ਇੱਦੋਂ ਪਹਿਲਾਂ 1 ਮਹੀਨਾ ਅਸੀਂ ਬਾਈਟ ਵੀ ਕਰਾਈ ਸੀ, ਪੱਤਰਕਾਰ ਵੀਰ ਇਕੱਠੇ ਹੋਏ ਸੀ, ਦੁਕਾਨਦਾਰ ਇਕੱਠੇ ਹੋਏ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਡੈਂਪ ਦੀ ਬਹੁਤ ਵੱਡੀ ਸਮੱਸਿਆ। ਜਿਹੜੇ ਯਾਤਰੀ ਰਾਤ ਨੂੰ ਠਹਿਰਦੇ ਨੇ ਸਰਾਂ ਵਿੱਚ, ਉਹ ਕਹਿੰਦੇ ਬਈ ਤੁਹਾਡੇ ਇੱਥੇ ਮੁਸ਼ਕ ਆਉਂਦਾ, ਸਮੈਲ ਆਉਂਦੀ ਆ, ਤੇ ਅਸੀਂ ਉਹਨਾਂ ਨੂੰ ਦੱਸਿਆ ਸੀ ਬਈ ਇੱਥੇ ਡੈਂਪ ਬਣਿਆ ਆ
ਤੇ ਬਾਜ਼ਾਰ ਵਾਲੇ ਵੀਰ ਆ ਜਿਹੜੇ ਦੁਕਾਨਦਾਰ ਆ ਉਹ ਵੀ ਸਾਡੇ ਨਾਲ ਨੇ। ਅਸੀਂ ਇਸ ਟਾਈਮ ਧਰਨੇ ਤੇ ਬੈਠੇ ਹੋਏ ਆ। ਸੀਵਰੇਜ ਵੀ ਬੰਦ ਆ, ਨਾਲ ਸੀਵਰੇਜ ਦੀ ਵੀ ਬਹੁਤ ਵੱਡੀ ਸਮੱਸਿਆ ਆ ਰਹੀ ਆ। ਪਹਿਲਾਂ ਇੱਕ ਤਾਂ ਸੀਵਰੇਜ ਦੀ ਸਮੱਸਿਆ, ਉੱਤੋਂ ਡੈਂਪ ਦੀ ਸਮੱਸਿਆ ਬਣਾਤੀ ਆ। ਇਹਦੇ ਤੇ ਕੋਈ ਐਕਸ਼ਨ ਨਹੀਂ ਲੈ ਰਿਹਾ। ਅਸੀਂ ਅੱਜ ਸਵੇਰ ਦੇ ਬੈਠੇ ਹੋਏ ਆ ਬਾਜ਼ਾਰ 'ਚ, ਸਾਰਾ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕੀਤਾ। ਦਰਬਾਰ ਸਾਹਿਬ ਦੇ ਮੁਲਾਜ਼ਮ ਵੀ ਬੈਠੇ ਆ, ਪਰ ਸਾਡੀ ਕੋਈ ਸੁਣਵਾਈ ਨਹੀਂ ਗੀ। ਅਸੀਂ ਜਿੰਨਾ ਚਿਰ ਸਾਨੂੰ ਇੱਥੇ ਬੈਠਣਾ ਪਿਆ ਅਸੀਂ ਬੈਠਾਂਗੇ, ਰੋਡ ਤੇ ਧਰਨਾ ਵੀ ਲਾਈ ਰੱਖਾਂਗੇ। ਮੰਗ ਸਾਡੀ ਇਹ, ਇੱਕ ਤਾਂ ਡੈਂਪ ਚੁਕਾਇਆ ਜਾਵੇ, ਇੱਕ ਜਿਹੜਾ ਸੀਵਰੇਜ ਦਾ ਮੇਨ ਹਾਲ ਆ ਉਹਦਾ ਹੱਲ ਕਰਾਇਆ ਜਾਵੇ, ਡੈਂਪ ਦਾ ਵੀ ਹੱਲ ਕਰਾਇਆ ਜਾਵੇ ਤੇ ਸੀਵਰੇਜ ਦਾ ਵੀ ਹੱਲ ਕਰਾਇਆ ਜਾਵੇ। ਬਿਰਜੇਸ਼ ਗੁਪਤਾ, ਭਾਰਤੀ ਵਪਾਰ ਮੰਡਲ ਮੰਡਲ ਪ੍ਰਧਾਨ। ਵੀਰ ਜੀ, ਮੇਰੇ ਤੋਂ ਪਹਿਲਾਂ ਵੀਰਾਂ ਨੇ ਸਾਰੀ ਪ੍ਰੋਬਲਮ ਦੱਸੀ ਹੈ ਵੀ ਇੱਥੇ ਪ੍ਰੋਬਲਮ ਕੀ ਹੈ। ਉਸੇ ਗੱਲ ਨੂੰ ਮੈਂ ਦੁਬਾਰਾ ਨਹੀਂ ਦੁਹਰਾਊਂਗਾ। ਮੈਂ ਦੱਸਣਾ ਚਾਹਾਂਗਾ ਕਿ ਪੂਰੇ ਪੰਜਾਬ ਦੇ ਅੰਦਰ ਜਿੰਨੇ ਵੀ ਦੁਕਾਨਦਾਰ ਵੀਰ ਹੈ ਇਹਨਾਂ ਨਾਲ ਮਤਰਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਕਿਸੇ ਵੀ ਦੁਕਾਨਦਾਰ ਵੀਰ ਦਾ ਜੇ ਕੋਈ ਨੁਕਸਾਨ ਹੁੰਦਾ ਹੈ, ਜਿਸ ਤਰ੍ਹਾਂ ਕਿਸੇ ਦੁਕਾਨਦਾਰ ਵੀਰ ਦੇ ਅੰਦਰ ਅਨਿਸ਼ਚਿਤ ਅੱਗ ਲੱਗ ਗਈ ਜਾਂ ਐਦਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ, ਜਿਸ ਤਰ੍ਹਾਂ ਕਿ ਹੁਣ ਬਾਰਿਸ਼ ਹੋਈ ਹੈ, ਬਾਰਿਸ਼ ਦੇ ਦੌਰਾਨ ਦੁਕਾਨਦਾਰ ਵੀਰਾਂ ਦਾ ਕਮ ਸੇ ਕਮ ਮੁਕਤਸਰ ਦੇ ਅੰਦਰ 7 ਤੋਂ 8 ਕਰੋੜ ਰੁਪਏ ਦਾ ਨੁਕਸਾਨ ਹੋਇਆ। ਮੁਕਤਸਰ ਦੇ ਅੰਦਰ, ਗੰਗਾ ਨਗਰ ਦੇ ਅੰਦਰ 150 ਕਰੋੜ ਰੁਪਏ ਦਾ ਨੁਕਸਾਨ ਹੋਇਆ ਦੁਕਾਨਦਾਰ ਵੀਰਾਂ ਦਾ। ਇਸ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਅੰਦਰ, ਜਿਸ ਤਰ੍ਹਾਂ ਆਪਾਂ ਲੈ ਲਈਏ ਕਿਸਾਨ ਵੀਰ ਹੈ, ਜੇ ਕਿਸਾਨ ਵੀਰ ਦੀ ਕਿਸ ਫਸਲ ਦਾ ਨੁਕਸਾਨ ਹੁੰਦਾ ਹੈ ਉਹਨੂੰ ਹਰਜਾਨਾ ਸਰਕਾਰ ਦਿੰਦੀ ਹੈ। ਤੇ ਦੁਕਾਨਦਾਰ ਵੀਰਾਂ ਨਾਲ ਮਤਰਈ ਮਾਂ ਵਾਲਾ ਵਿਹਾਰ ਕਿਉਂ? ਜੇ ਦੁਕਾਨਦਾਰ ਵੀਰ ਦਾ ਨੁਕਸਾਨ ਅੱਜ ਬਰਸਾਤ ਦੇ ਵਿੱਚ ਹੋਇਆ ਹੈ ਤਾਂ ਉਹਦਾ ਨੁਕਸਾਨ ਬਾਰੇ ਸਰਕਾਰ ਕਿਉਂ ਨਹੀਂ ਸੋਚ ਰਹੀ ਹੈ? ਜੇ ਕਿਸੇ ਦੁਕਾਨਦਾਰ ਵੀਰ ਨੂੰ ਰਾਤ ਨੂੰ ਕਿਸੇ ਤਰੀਕੇ ਨਾਲ ਅੱਗ ਲੱਗ ਜਾਂਦੀ ਹੈ, ਕੋਈ ਪੁੱਛਣ ਵੀ ਨਹੀਂ ਆਂਦਾ ਕਿ ਵੀ ਕੀ ਹੋਇਆ ਤੇਰੇ ਨਾਲ, ਕੀ ਘਟਨਾ ਵਾਪਰੀ, ਉਹਨੂੰ ਨੁਕਸਾਨ ਦੇਣ ਦੀ ਤਾਂ ਗੱਲ ਬਹੁਤ ਦੂਰ ਦੀ ਰਹਿ ਰਹੀ ਹੈ। ਤਾਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਬੇਨਤੀ ਇਹੀ ਹੈ ਕਿ ਦੁਕਾਨਦਾਰ ਵੀਰਾਂ ਨੂੰ ਵੀ ਕਿਸੇ ਖਾਨੇ 'ਚ ਲਓ ਵੀ ਇਹ ਵੀ ਵੋਟ ਦਿੰਦੇ ਆ, ਇਹਨਾਂ ਦੀਆਂ ਵੋਟਾਂ ਨਾਲ ਵੀ ਸਰਕਾਰ ਬਣਦੀ ਹੈ। ਇਹਨਾਂ ਵਾਸਤੇ ਵੀ ਇੱਕ ਕਾਨੂੰਨ ਬਣਾਓ, ਜੇ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਇਹਨਾਂ ਨੂੰ ਵੀ ਹਰਜਾਨਾ ਮਿਲੇ। ਬਸ ਧੰਨਵਾਦ ਜੀ। ਮੈਨੂੰ ਨੂੰ ਲੈ ਕੇ ਬਾਜ਼ਾਰ 'ਚ ਜਿਹੜਾ ਕੰਮ ਤੇ ਕੀ ਪ੍ਰਭਾਵ ਪਿਆ ਜੀ? ਦੁਬਾਰਾ ਸਰ, ਦੁਕਾਨਦਾਰਾਂ ਨੂੰ ਲੈ ਕੇ ਕਾਰੋਬਾਰ ਤੇ ਕਿੰਨਾ ਕੁ ਪ੍ਰਭਾਵ ਹੈ? ਬਹੁਤ ਜ਼ਿਆਦਾ ਪ੍ਰਭਾਵ ਹੈ ਜੀ। ਜਿਹੜੇ ਹੁਣ ਦੁਕਾਨਦਾਰ ਆਪਦੀਆਂ ਦੁਕਾਨਾਂ ਬੰਦ ਕਰਕੇ ਬੈਠੇ ਹੈ, ਇਹਨਾਂ ਦਾ ਨੁਕਸਾਨ ਹੀ ਹੈ ਜੀ। ਹੁਣ ਇਹ ਧਰਨਾ ਜਿਹੜਾ ਹੈ ਅਜ਼ੜ ਧਰਨਾ ਚੱਲਣਾ ਜਦੋਂ ਤੱਕ ਇਹਨਾਂ ਦੁਕਾਨਦਾਰ ਵੀਰਾਂ ਦੀ ਪ੍ਰੋਬਲਮ ਸੋਲਵ ਨਹੀਂ ਹੁੰਦੀ। ਜਿਸ ਤਰ੍ਹਾਂ ਟਰੱਕ ਆਂਦਾ ਜੀ, ਇਹਨਾਂ ਨੇ ਭਰਿਆ ਪਾਣੀ ਦਾ ਕੱਢ ਕੇ ਸਿੱਟ ਦੇਣਗੇ। ਜਿਹੜਾ ਮੇਨ ਪ੍ਰੋਬਲਮ ਹੈ ਇੱਥੇ ਸੀਵਰੇਜ ਦੀ ਬਲੋਕੇਜ ਦੀ ਹੈ, ਉਹ ਪਾਈਪਲਾਈਨ, ਇੱਕ ਵੱਡੀ ਪਾਈਪਲਾਈਨ ਪੈਣ ਵਾਲੀ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਇੱਥੇ ਆ ਕੇ ਪ੍ਰੋਬਲਮ ਨੂੰ ਸੁਣੇ, ਇਹ ਸੀਵਰੇਜ ਦੀ ਪਾਈਪਲਾਈਨ ਨੂੰ ਨਵਾਂ ਪਾਇਆ ਜਾਵੇ ਤਾਂ ਕਿ ਇਹ ਸਮੱਸਿਆ ਜਿਹੜੀ ਹੈ ਹਮੇਸ਼ਾ ਲਈ ਦੂਰ ਹੋ ਸਕੇ।